प्यारे विद्यार्थियों, ਜਦੋਂ ਅਸੀਂ ਡੇਟਾ ਸਿਕਿਉਰਿਟੀ ਐਂਡ ਇੰਟੈਗ੍ਰਿਟੀ ਦੀ ਗੱਲ ਕਰਦੇ ਹਾਂ ਤਾਂ ਡੇਟਾ ਸਿਕਿਉਰਿਟੀ ਤੋਂ ਭਾਵ ਹੈ ਕਿ ਇਨਫੋਰਮੇਸ਼ਨ ਨੂੰ ਜਾਂ ਡਾਟੇ ਨੂੰ ਸਿਕਿਉਰ ਕਰਕੇ ਰੱਖਣਾ। ਸਿਕਿਉਰ ਤੋਂ ਭਾਵ ਹੈ ਕਿ ਕੋਈ ਅਨਆਥੋਰਾਈਜ਼ਡ ਯੂਜ਼ਰ ਸਾਡੇ ਡਾਟੇ ਨੂੰ ਸਟੀਲ ਨਾ ਕਰ ਲਵੇ ਜਾਂ ਡਿਲੀਟ ਨਾ ਕਰ ਦੇਵੇ ਜਾਂ ਮੋਡੀਫਾਈ ਨਾ ਕਰ ਦੇਵੇ। ਇਸ ਤੋਂ ਇਲਾਵਾ ਇਹ ਵੀ ਹੈਗਾ ਵਾ ਕਿ ਅਸੀਂ ਆਪਣੇ ਡਾਟੇ ਨੂੰ ਇਨਕਰੈਕਟ ਹੋਣ ਤੋਂ ਵੀ ਬਚਾਈਏ। ਜਦੋਂ ਅਸੀਂ ਆਪਣੇ ਡਾਟੇ ਨੂੰ ਜਾਂ ਇਨਫੋਰਮੇਸ਼ਨ ਨੂੰ ਇਨਕਰੈਕਟ ਹੋਣ ਤੋਂ ਬਚਾਉਂਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਡਾਟੇ ਨੂੰ ਇੰਟੈਗਰੇਟ ਕਰਕੇ ਰੱਖ ਰਹੇ ਹਾਂ ਜਾਂ ਅਸੀਂ ਡਾਟਾ ਇੰਟੈਗਰਿਟੀ ਨੂੰ ਮੇਨਟੇਨ ਕਰ ਰਹੇ ਹਾਂ। ਤੋ ਇਸ ਤਰ੍ਹਾਂ ਇਹ ਜਿਹੜਾ ਕੰਸੈਪਟ ਆ ਇਹ ਡਾਟਾ ਸਿਕਿਉਰਿਟੀ ਅਤੇ ਡਾਟਾ ਇੰਟੈਗਰਿਟੀ ਦਾ ਕੰਸੈਪਟ ਬਣ ਜਾਂਦਾ ਵਾ। ਪਿਛਲੇ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈਗਾ ਡਿਸਕਸ ਕੀਤਾ ਸੀਗਾ ਕਿ ਅਸੀਂ ਜਿਹੜੇ ਹੈਗੇ ਆ ਸਿਕਿਉਰਿਟੀ ਨੂੰ ਬਰਕਰਾਰ ਜਿਹੜੇ ਹੈਗਾ ਵਾ ਉਹ ਫਿਜ਼ੀਕਲ ਲੈਵਲ, ਹਿਊਮਨ ਲੈਵਲ, ਓਪਰੇਟਿੰਗ ਸਿਸਟਮ ਲੈਵਲ, ਨੈਟਵਰਕ ਲੈਵਲ ਅਤੇ ਡਾਟਾਬੇਸ ਸਿਸਟਮਸ ਦੇ ਲੈਵਲ ਦੇ ਉੱਤੇ ਜਿਹੜਾ ਹੈਗਾ ਵਾ ਸਿਕਿਉਰਿਟੀ ਨੂੰ ਮੇਨਟੇਨ ਕਰ ਸਕਦੇ ਹਾਂ। ਹੁਣ ਅਸੀਂ ਇਸ ਲੈਵਲ ਦੇ ਵਿੱਚ ਦੇਖਾਂਗੇ ਕਿ ਡੇਟਾ ਸਿਕਿਉਰਿਟੀ ਦੀਆਂ ਐਕਚੁਅਲੀ ਰਿਕੁਆਇਰਮੈਂਟਸ ਕੀ ਹੈਗੀਆਂ ਵਾ ਜਾਂ ਜਿਹੜੀ ਹੈਗੀ ਆ ਇਹ ਡੇਟਾ ਸਿਕਿਉਰਿਟੀ ਜਿਹੜੀ ਹੈਗੀ ਆ ਇਹ ਕਿਉਂ ਨੈਸੈਸਰੀ ਹੈਗੀ ਆ ਜਾਂ ਇਸ ਕਰਕੇ ਅਸੀਂ ਜਿਹੜੇ ਹੈਗੇ ਆ ਕਿਹੜੇ ਸਟੈਪਸ ਲੈਂਦੇ ਹਾਂ ਜਿਨ੍ਹਾਂ ਸਟੈਪਸ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਡੇਟਾ ਸਿਕਿਉਰਿਟੀ ਜਿਹੜੀ ਹੈਗੀ ਆ ਉਹਨੂੰ ਪ੍ਰੋਪਰਲੀ ਜਿਹੜਾ ਹੈਗਾ ਵਾ ਮੇਨਟੇਨ ਕਰ ਸਕਦੇ ਹਾਂ। ਤੋ ਡੇਟਾ ਸਿਕਿਉਰਿਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਵਾ ਕਿ ਅਗਰ ਸਾਡਾ ਡਾਟਾ ਹੈਗਾ ਜਾਂ ਜਿਹੜੀ ਇਨਫੋਰਮੇਸ਼ਨ ਆ ਉਹ ਇਨਕਰੈਕਟ ਹੋ ਜਾਂਦੀ ਆ ਜਾਂ ਲੋਸਟ ਹੋ ਜਾਂਦੀ ਹੈ ਤਾਂ ਉਹਦੇ ਨਾਲ ਔਰਗੇਨਾਈਜੇਸ਼ਨਸ ਦਾ ਪਰਸਨਲੀ ਕਿਸੇ ਪਰਸਨ ਦਾ ਵੀ ਜਿਹੜਾ ਹੈਗਾ ਬਹੁਤ ਨੁਕਸਾਨ ਹੋ ਸਕਦਾ ਵਾ। ਤੋ ਇਸ ਕਰਕੇ ਅਸੀਂ ਇਸ ਤਰੀਕੇ ਦੀ ਟੈਕਨੋਲੋਜੀ ਯੂਜ਼ ਕਰਦੇ ਹਾਂ ਜਿਹਦੇ ਵਿੱਚ ਸਾਡੇ ਕੋਲ ਸਿਸਟਮ ਇਸ ਤਰ੍ਹਾਂ ਦਾ ਹੋਵੇ ਜਿਹਦੇ ਵਿੱਚ ਅਸੀਂ ਸਿਕਿਉਰਿਟੀ ਦੇ ਸਟੈਂਡਰਡਸ ਜਿਹੜੇ ਹੈਗੇ ਆ ਉਹਨਾਂ ਨੂੰ ਮੇਨਟੇਨ ਕਰ ਸਕੀਏ। ਜਿਸ ਤਰ੍ਹਾਂ ਅਸੀਂ ਮੇਨਟੇਨ ਕਰ ਸਕੀਏ ਕੌਨਫੀਡੈਂਸ਼ੀਅਲਿਟੀ, ਇੰਟੈਗਰਿਟੀ ਐਂਡ ਅਵੇਲੇਬਿਲਿਟੀ। ਕੌਨਫੀਡੈਂਸ਼ੀਅਲਿਟੀ ਦਾ ਮਤਲਬ ਹੈਗਾ ਵਾ ਕਿ ਡਾਟੇ ਨੂੰ ਪ੍ਰਾਈਵੇਟ ਰੱਖਣਾ, ਸੀਕ੍ਰੇਟਲੀ ਰੱਖਣਾ, ਸਿਕਿਉਰ ਰੱਖਣਾ। ਅਤੇ ਫਿਰ ਜਿਹੜਾ ਹੈਗਾ ਵਾ ਡਾਟਾ ਜਿਹੜਾ ਹੈਗਾ ਜਦੋਂ ਅਸੀਂ ਕੌਨਫੀਡੈਂਸ਼ੀਅਲਿਟੀ ਮੇਨਟੇਨ ਕਰਕੇ ਰੱਖਦੇ ਹਾਂ ਤਾਂ ਸਾਡਾ ਡਾਟਾ ਜਿਹੜਾ ਹੈਗਾ ਪੂਰਾ ਸਿਕਿਉਰ ਰਹਿੰਦਾ ਵਾ। ਸਾਡੇ ਕੋਲ ਜਿਹੜਾ ਅਸੀਂ ਡਾਟਾਬੇਸ ਸਿਸਟਮ ਬਣਾਵਾਂਗੇ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਵਾ ਇਸ ਤਰੀਕੇ ਦੇ ਨਾਲ ਸਿਸਟਮ ਨੂੰ ਕਾਇਮ ਕਰਾਂਗੇ ਕਿ ਅਸੀਂ ਕੌਨਫੀਡੈਂਸ਼ੀਅਲਿਟੀ ਮੇਨਟੇਨ ਕਰ ਸਕੀਏ। ਸਾਨੂੰ ਪਤਾ ਵਾ ਕਿ ਸਾਡਾ ਜਿਹੜਾ ਡਾਟਾ ਹੈਗਾ ਉਹ ਸੈਂਸਿਟਿਵ ਹੋ ਸਕਦਾ। ਸੈਂਸਿਟਿਵ ਡਾਟਾ ਉਹ ਡਾਟਾ ਹੁੰਦਾ ਵਾ ਜਾਂ ਉਹ ਇਨਫੋਰਮੇਸ਼ਨ ਹੁੰਦੀ ਹੈ ਜਿਹਦੇ ਨਾਲ ਅਗਰ ਉਹ ਕਿਸੇ ਦੇ ਹੱਥ ਲੱਗ ਜਾਵੇ ਜਾਂ ਉਹ ਡਾਟਾ ਡਿਲੀਟ ਹੋ ਜਾਵੇ ਜਾਂ ਮੋਡੀਫਾਈ ਹੋ ਜਾਵੇ ਤਾਂ ਔਰਗੇਨਾਈਜੇਸ਼ਨਸ ਦਾ ਬਹੁਤ ਨੁਕਸਾਨ ਹੋ ਸਕਦਾ ਵਾ। ਤੋ ਇਸ ਕਰਕੇ ਅਸੀਂ ਕੌਨਫੀਡੈਂਸ਼ੀਅਲਿਟੀ ਰੱਖਣ ਦੇ ਵਾਸਤੇ ਅਸੀਂ ਯੂਜ਼ਰਸ ਜਿਹੜੇ ਔਰਗੇਨਾਈਜੇਸ਼ਨਸ ਦੇ ਵਿੱਚ ਡਾਟੇ ਨੂੰ ਯੂਜ਼ ਕਰਦੇ ਆ ਉਹਨਾਂ ਨੂੰ ਅਥੈਂਟੀਕੇਸ਼ਨਸ ਐਂਡ ਆਥੋਰਾਈਜੇਸ਼ਨਸ ਦੇ ਦਿੰਦੇ ਆ ਅਤੇ ਉਹਨਾਂ ਨੂੰ ਅਥੈਂਟੀਕੇਸ਼ਨਸ ਅਤੇ ਆਥੋਰਾਈਜੇਸ਼ਨਸ ਨੂੰ ਯੂਜ਼ ਕਰਕੇ ਅਸੀਂ ਜਿਹੜੀ ਹੈਗੀ ਕੌਨਫੀਡੈਂਸ਼ੀਅਲਿਟੀ ਉਹਨੂੰ ਮੇਨਟੇਨ ਕਰਦੇ ਹਾਂ। ਅਗਲਾ ਪੁਆਇੰਟ ਹੈਗਾ ਪ੍ਰਾਈਵੇਸੀ ਆਫ ਕਮਿਊਨੀਕੇਸ਼ਨਸ। ਜਿਸ ਤਰ੍ਹਾਂ ਹੈਡਿੰਗ ਤੋਂ ਹੀ ਕਲੀਅਰ ਹੈਗਾ ਕਿ ਜਿਹੜੇ ਅਸੀਂ ਕਮਿਊਨੀਕੇਸ਼ਨਸ ਕਰਨੇ ਆ ਡੇਟੇ ਦੇ ਨਾਲ ਰਿਲੇਟਡ ਉਹਨੂੰ ਅਸੀਂ ਪ੍ਰਾਈਵੇਟ ਰੱਖਣਾ ਵਾ। ਅਸੀਂ ਸਿਸਟਮ ਦੇ ਵਿੱਚ ਜਦੋਂ ਅਸੀਂ ਡੇਟੇ ਨੂੰ ਰੀਡ ਕਰਾਂਗੇ ਸਾਡਾ ਸਿਸਟਮ ਇਸ ਤਰੀਕੇ ਦਾ ਬਣਿਆ ਹੋਵੇ ਕਿ ਕੋਈ ਵੀ ਜਿਹੜਾ ਹੈਗਾ ਇੰਟਰੂਡਰ ਜਾਂ ਅਨਆਥੋਰਾਈਜ਼ਡ ਪਰਸਨ ਜਿਹੜਾ ਹੈਗਾ ਵਾ ਸਾਡਾ ਡਾਟੇ ਨੂੰ ਜਿਹੜਾ ਹੈਗਾ ਵਾ ਉਹ ਸਟੀਲ ਨਾ ਕਰ ਸਕੇ, ਚੁਰਾ ਨਾ ਸਕੇ। ਜਾਂ ਦੂਸਰੀ ਗੱਲਬਾਤ ਇਹ ਹੈਗੀ ਹੈ ਕਿ ਜਦੋਂ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਗਲੋਬਲੀ ਜਿਹੜਾ ਹੈਗਾ ਵਾ ਨੈਟਵਰਕਸ ਦੇ ਉੱਤੇ ਯੂਜ਼ ਕਰਦੇ ਹਾਂ ਤਾਂ ਜਦੋਂ ਅਸੀਂ ਕਮਿਊਨੀਕੇਸ਼ਨ ਕਰਦੇ ਹਾਂ ਜਾਂ ਡਾਟਾ ਸ਼ੇਅਰ ਕਰਦੇ ਹਾਂ ਤਾਂ ਕੋਈ ਵੀ ਜਿਹੜਾ ਹੈਗਾ ਸਾਡੇ ਡਾਟੇ ਨੂੰ ਜਿਹੜਾ ਹੈਗਾ ਵਾ ਉਹ ਸਿਕਿਉਰ ਸਟੀਲ ਨਾ ਕਰ ਸਕੇ, ਸਾਡੇ ਡੇਟੇ ਨੂੰ ਜਿਹੜਾ ਹੈਗਾ ਵਾ ਉਹ ਚੁਰਾ ਨਾ ਸਕੇ। ਜਿਸ ਤਰ੍ਹਾਂ ਕਈ ਵਾਰੀ ਅਸੀਂ ਕ੍ਰੈਡਿਟ ਕਾਰਡਸ ਜਾਂ ਡੈਬਿਟ ਕਾਰਡਸ ਜਿਹੜੇ ਹੈਗੇ ਯੂਜ਼ ਕਰਦੇ ਹਾਂ ਉਹਨਾਂ ਦੇ ਨੰਬਰ ਹੁੰਦੇ ਆ। ਹੁਣ ਅਗਰ ਕੋਈ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦਾ ਨੰਬਰ ਜਿਹੜਾ ਹੈਗਾ ਵਾ ਉਹ ਕਿਸੇ ਦੇ ਹੱਥ ਲੱਗ ਜਾਵੇ ਅਤੇ ਉਹ ਸਾਡੇ ਜਿਹੜੇ ਕ੍ਰੈਡਿਟ ਕਾਰਡ ਦੇ ਅਗੇਂਸਟ ਜਿਹੜਾ ਹੈਗਾ ਵਾ ਸ਼ੋਪਿੰਗਸ ਕਰ ਸਕਦਾ ਵਾ, ਜਿਹੜੀਆਂ ਆਈਟਮਸ ਆ ਉਹ ਬਾਈ ਕਰ ਸਕਦਾ ਵਾ ਅਤੇ ਸਾਡੇ ਜਿਹੜਾ ਹੈਗਾ ਵਾ ਅਕਾਊਂਟ ਉਹਦੇ ਵਿੱਚੋਂ ਮਨੀ ਪੇ ਕਰ ਸਕਦਾ ਵਾ। ਤੋ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਹੈਗਾ ਫਾਈਨੈਂਸ਼ੀਅਲ ਲਾਸ ਹੋ ਸਕਦਾ ਵਾ। ਤੋ ਅਸੀਂ ਜਿਹੜਾ ਹੈਗਾ ਕੋਈ ਵੀ ਕਮਿਊਨੀਕੇਸ਼ਨਸ ਕਰਨਾ ਵਾ ਵੈਬਸਾਈਟਸ ਦੇ ਥਰੂ ਉਦੋਂ ਜਿਹੜੀ ਹੈਗੀ ਸਾਡੀ ਸਿਕਿਉਰਿਟੀ ਨੂੰ ਅਸੀਂ ਜਿਹੜਾ ਵਾ ਬਰਕਰਾਰ ਰੱਖਦੇ ਹਾਂ ਤਾਂ ਕਿ ਸਾਡੀ ਇਨਫੋਰਮੇਸ਼ਨ ਕੋਈ ਵੀ ਲੀਕ ਨਾ ਹੋ ਜਾਵੇ। ਇਹਨੂੰ ਅਸੀਂ ਕਹਿੰਦੇ ਹਾਂ ਪ੍ਰਾਈਵੇਸੀ ਆਫ ਕਮਿਊਨੀਕੇਸ਼ਨ, ਸਿਕਿਉਰ ਸਟੋਰੇਜ ਆਫ ਸੈਂਸਿਟਿਵ ਡਾਟਾ। ਫਿਰ ਉਹੀ ਗੱਲ ਆ ਜਾਂਦੀ ਆ ਕਿ ਜਿਹੜਾ ਡਾਟਾ ਸਾਡਾ ਸੈਂਸਿਟਿਵ ਹੈਗਾ ਵਾ ਜਿਸ ਤਰ੍ਹਾਂ ਡੈਬਿਟ ਕਾਰਡ ਨੰਬਰ ਆ, ਕ੍ਰੈਡਿਟ ਕਾਰਡ ਨੰਬਰ ਆ, ਇਹ ਕਿਸੇ ਦੇ ਹੱਥ ਨਾ ਲੱਗ ਜਾਣ। ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਡਾਟਾ ਹੈਗਾ ਵਾ ਜਿਹੜਾ ਅਗਰ ਕੋਈ ਅਨਆਥੋਰਾਈਜ਼ਡ ਯੂਜ਼ਰ ਸਾਡੇ ਸਿਸਟਮ 'ਤੇ ਬੈਠ ਕੇ ਸਾਡੇ ਡੇਟੇ ਨੂੰ ਜਿਹੜਾ ਹੈਗਾ ਇਨਕਰੈਕਟ ਕਰ ਦੇਵੇ ਤਾਂ ਅਸੀਂ ਡਾਟੇ ਦੀ ਇੰਟੈਗਰਿਟੀ ਮੇਨ ਕਰਦੇ ਹਾਂ, ਐਕੂਰੇਸੀ ਮੇਨਟੇਨ ਕਰਕੇ ਰੱਖਦੇ ਹਾਂ। ਅਤੇ ਇਹ ਵੀ ਜਿਹੜੀ ਹੈਗੀ ਆ ਸਾਡੀ ਡੇਟਾ ਸਿਕਿਉਰਿਟੀ ਦੀ ਇੱਕ ਬਹੁਤ ਵੱਡੀ ਰਿਕੁਆਇਰਮੈਂਟ ਹੈ।
ਅਥੈਂਟੀਕੇਸ਼ਨ ਤੋਂ ਭਾਵ ਹੈਗਾ ਵਾ ਕਿ ਅਸੀਂ ਯੂਜ਼ਰਸ ਨੂੰ ਆਈਡੀਜ਼ ਤੇ ਪਾਸਵਰਡ ਦੇ ਦਿੰਦੇ ਹਾਂ। ਅਸੀਂ ਉਹਦੀ ਯੂਜ਼ਰ ਤੇ ਉਹਦੀ ਪਾਸਵਰਡ ਤੋਂ ਜਿਹੜੀ ਹੈਗੀ ਉਹਦੀ ਅਥੈਂਟੀਕੇਸ਼ਨ ਚੈੱਕ ਕਰਦੇ ਹਾਂ ਕਿ ਵੈਦਰ ਇਹ ਯੂਜ਼ਰ ਨੂੰ ਇਹ ਪਰਟੀਕੂਲਰ ਡਾਟਾਬੇਸ ਜਿਹੜਾ ਹੈਗਾ ਜਾਂ ਇਨਫੋਰਮੇਸ਼ਨ ਹੈਗੀ ਆ ਯੂਜ਼ ਕਰਨ ਦੀ ਜਿਹੜੀ ਹੈਗੀ ਹੈ ਇਹਦੇ ਕੋਲ ਜਿਹੜੀ ਹੈਗੀ ਆ ਉਹ ਅਥੈਂਟੀਕੇਸ਼ਨ ਹੈਗੀ ਆ। ਅਗਰ ਉਹ ਆਪਣਾ ਆਈਡੀ ਤੇ ਪਾਸਵਰਡ ਇਸਤੇਮਾਲ ਕਰਕੇ ਸਿਸਟਮ ਦੇ ਅੰਦਰ ਐਂਟਰ ਹੋ ਜਾਂਦਾ ਵਾ ਤਾਂ ਉਹ ਸਾਡੀ ਜਿਹੜਾ ਡਾਟਾ ਜਾਂ ਇਨਫੋਰਮੇਸ਼ਨ ਉਹਨੂੰ ਯੂਜ਼ ਕਰ ਸਕਦਾ ਵਾ। ਹੁਣ ਅਗਲਾ ਪੁਆਇੰਟ ਹੈਗਾ ਆਥਰਾਈਜੇਸ਼ਨ। ਹੁਣ ਅਥੈਂਟੀਕੇਟਡ ਤੇ ਆਥਰਾਈਜੇਸ਼ਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਥੈਂਟੀਕੇਟਡ ਦਾ ਮਤਲਬ ਹੈਗਾ ਵਾ ਕਿ ਅਸੀਂ ਜਿਹੜਾ ਹੈਗਾ ਵਾ ਆਇਡੈਂਟੀਟੀ ਚੈੱਕ ਕਰਦੇ ਹਾਂ ਯੂਜ਼ਰ ਦੀ, ਪਰ ਆਥਰਾਈਜੇਸ਼ਨ ਦਾ ਮਤਲਬ ਹੈਗਾ ਕਿ ਅਸੀਂ ਉਹਨੂੰ ਪ੍ਰਿਵਿਲੇਜਸ ਕਿਹੜੀਆਂ ਦਿੱਤੀਆਂ ਹੋਈਆਂ, ਉਹਨੂੰ ਅਧਿਕਾਰ ਕਿਹੜੇ ਦਿੱਤੇ ਹੋਏ ਆ। ਜਿਸ ਤਰ੍ਹਾਂ ਕੋਈ ਯੂਜ਼ਰ ਆ ਉਹ ਡਾਟੇ ਨੂੰ ਡਿਲੀਟ ਕਰ ਸਕਦਾ ਵਾ ਜਾਂ ਰੀਡ ਕਰ ਸਕਦਾ ਵਾ, ਕੋਈ ਜਿਹੜਾ ਹੈਗਾ ਵਾ ਡਾਟੇ ਨੂੰ ਮੋਡੀਫਾਈ ਕਰ ਸਕਦਾ ਵਾ। ਤੋ ਅਸੀਂ ਜਿਹੜੀਆਂ ਹੈਗੀਆਂ ਯੂਜ਼ਰਸ ਨੂੰ ਆਥਰਾਈਜੇਸ਼ਨਸ ਜਿਹੜੀਆਂ ਦਿੰਦੇ ਆ ਕਿ ਉਹ ਕਿਸ ਲੈਵਲ ਦਾ ਜਿਹੜਾ ਹੈਗਾ ਕਿਸ ਲੈਵਲ ਤੇ ਡਾਟੇ ਨੂੰ ਜਿਹੜਾ ਯੂਜ਼ ਕਰ ਸਕਦਾ ਤੇ ਆਪਣੀ ਆਥਰਾਈਜੇਸ਼ਨਸ ਨੂੰ ਯੂਜ਼ ਕਰਕੇ ਉਹ ਡਾਟੇ ਨੂੰ ਯੂਜ਼ ਕਰਦਾ ਵਾ। ਤੋ this is a difference between authentication and authorization। ਤੋ ਜਦੋਂ ਅਸੀਂ ਆਥਰਾਈਜੇਸ਼ਨਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਹੋਰ ਥੋੜਾ ਡਿਟੇਲ ਦੇ ਵਿੱਚ ਜਾਈਏ। ਅਸੀਂ ਜਿਹੜੀਆਂ ਆਥਰਾਈਜੇਸ਼ਨਸ ਆ ਉਹ ਰੀਡ ਆਥਰਾਈਜੇਸ਼ਨ ਦੇ ਸਕਦੇ ਹਾਂ, ਇਨਸਰਟ ਆਥਰਾਈਜੇਸ਼ਨ ਦੇ ਸਕਦੇ ਹਾਂ, ਅਪਡੇਟ ਆਥਰਾਈਜੇਸ਼ਨ ਦੇ ਸਕਦੇ ਹਾਂ, ਡਿਲੀਟ ਆਥਰਾਈਜੇਸ਼ਨਸ ਦੇ ਸਕਦੇ ਹਾਂ। ਰੀਡ ਦਾ ਮਤਲਬ ਹੈਗਾ ਕਿ ਕੋਈ ਡਾਟਾਬੇਸ ਦੇ ਵਿੱਚੋਂ ਇਨਫੋਰਮੇਸ਼ਨ ਜਿਹੜੀ ਹੈਗੀ ਰਿਟਰੀਵ ਕਰ ਸਕਦਾ ਵਾ ਜਾਂ ਕੱਢ ਸਕਦਾ ਵਾ, ਤੇ ਇਨਸਰਟ ਦਾ ਮਤਲਬ ਹੈਗਾ ਵਾ ਕਿ ਨਵੇਂ ਰਿਕਾਰਡ ਇਨਸਰਟ ਕਰ ਸਕਦਾ ਵਾ। ਅਪਡੇਟ ਦਾ ਮਤਲਬ ਹੈਗਾ ਕਿ ਇਨਫੋਰਮੇਸ਼ਨ ਨੂੰ ਬਦਲ ਸਕਦਾ, ਕੋਈ ਰਿਕਾਰਡਸ ਨੂੰ ਮੋਡੀਫਾਈ ਕਰ ਸਕਦਾ। ਡਿਲੀਟ ਦਾ ਮਤਲਬ ਹੈਗਾ ਕਿ ਰਿਕਾਰਡਸ ਨੂੰ ਜਿਹੜਾ ਹੈਗਾ ਵਾ ਉਹ ਡਿਲੀਟ ਕਰ ਸਕਦਾ ਵਾ। ਇੱਦਾਂ ਇੰਡੈਕਸ ਆਥਰਾਈਜੇਸ਼ਨ ਦਾ ਮਤਲਬ ਹੈਗਾ ਵਾ ਕਿ ਉਹ ਪਰਟੀਕੂਲਰ ਉਹ ਫੀਲਡ ਜਿਹੜਾ ਯੂਨੀਕ ਤੇ ਨਾਟ ਨਾਲ ਆ ਉਹਦੇ ਤੇ ਇੰਡੈਕਸ ਜਿਹੜੇ ਹੈਗੇ ਕ੍ਰੀਏਟ ਕਰ ਸਕਦਾ ਵਾ ਤਾਂ ਕਿ ਰਿਕਾਰਡਸ ਦੀ ਸਰਚਿੰਗ ਫਾਸਟ ਕੀਤੀ ਜਾ ਸਕੇ। ਰਿਸੋਰਸ ਆਥਰਾਈਜੇਸ਼ਨਸ, ਹੁਣ ਜਿਹੜੀਆਂ ਹੈਗੀਆਂ ਵਾ ਪਰਟੀਕੂਲਰ ਰਿਸੋਰਸ ਹੈਗੇ ਜਾਂ ਪਰਟੀਕੂਲਰ ਇਨਫੋਰਮੇਸ਼ਨਸ ਹੈਗੀ ਆ ਉਹਨਾਂ ਦੀਆਂ ਆਥਰਾਈਜੇਸ਼ਨਸ ਡਿਫਰੈਂਟ ਯੂਜ਼ਰਸ ਨੂੰ ਗ੍ਰਾਂਟ ਕੀਤੀਆਂ ਜਾ ਸਕਦੀਆਂ ਜਾਂ ਰਿਵੋਕ ਕੀਤੀਆਂ ਜਾ ਸਕਦੀਆਂ। ਆਲਟਰੇਸ਼ਨ ਆਲਟਰੇਸ਼ਨ ਦਾ ਮਤਲਬ ਹੈਗਾ ਵਾ ਕਿ ਯੂਜ਼ਰਸ ਨੂੰ ਇਹੋ ਜਿਹੇ ਅਧਿਕਾਰ ਦੇਣੇ ਜਿਹਦੇ ਨਾਲ ਉਹ ਇਨਫੋਰਮੇਸ਼ਨਸ ਨੂੰ ਜਿਹੜਾ ਹੈਗਾ ਬਦਲ ਸਕੇ, ਚੇਂਜ ਕਰ ਸਕੇ। ਡਰੋਪ ਆਥਰਾਈਜੇਸ਼ਨ ਦਾ ਮਤਲਬ ਹੈਗਾ ਕਿ ਉਹ ਕਿਸੇ ਰਿਲੇਸ਼ਨ ਨੂੰ ਜਾਂ ਟੇਬਲਸ ਨੂੰ ਡਰੋਪ ਕਰ ਦੇਵੇ। ਤੋ ਇਸ ਤਰ੍ਹਾਂ ਦੀਆਂ ਆਥਰਾਈਜੇਸ਼ਨਸ ਦੇ ਕੇ ਅਸੀਂ ਆਪਣਾ ਕੰਮ ਚਲਾ ਸਕਦੇ ਹਾਂ। ਅਗਲਾ ਹੈਗਾ ਇੰਟੈਗਰਿਟੀ ਦਾ ਮਤਲਬ ਹੈਗਾ ਡਾਟੇ ਨੂੰ ਐਕੂਰੇਟ ਰੱਖਣਾ। ਅਸੀਂ ਸਿਸਟਮ ਨੂੰ ਇਸ ਤਰੀਕੇ ਦੇ ਨਾਲ ਬਣਾਉਂਦੇ ਹਾਂ ਤੇ ਯੂਜ਼ ਕਰਦੇ ਹਾਂ ਕਿ ਸਾਡੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਕਰਪਟ ਨਾ ਹੋਵੇ, ਡਿਲੀਟ ਨਾ ਹੋਵੇ ਤੇ ਇਨਫੋਰਮੇਸ਼ਨ ਜਿਹੜੀ ਹੈਗੀ ਸਾਡੀ ਬਿਲਕੁਲ ਐਕੂਰੇਟ ਰਹੇ। ਤੇ ਅਸੀਂ ਉਹ ਸਿਸਟਮ ਜਿਹਦੇ ਵਿੱਚ ਜਾਂ ਉਹ ਸਿਸਟਮ ਜਿਸ ਦੇ ਥਰੂ ਅਸੀਂ ਆਪਣੀ ਇਨਫੋਰਮੇਸ਼ਨਸ ਨੂੰ ਐਕੂਰੇਟ ਰੱਖਦੇ ਹਾਂ ਉਹ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਇੰਟੈਗਰੇਟ ਸਿਸਟਮ ਆਫ ਡਾਟਾ। ਅਗਲਾ ਪੁਆਇੰਟ ਹੈਗਾ ਅਵੇਲੇਬਿਲਿਟੀ ਦਾ ਮਤਲਬ ਹੈਗਾ ਕਿ ਅਸੀਂ ਆਪਣੇ ਸਿਸਟਮ ਦੇ ਥਰੂ ਆਥਰਾਈਜ਼ਡ ਯੂਜ਼ਰਸ ਨੂੰ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਅਵੇਲੇਬਲ ਕਰਾਉਂਦੇ ਹਾਂ ਔਰ ਜਦੋਂ ਉਹ ਯੂਜ਼ ਕਰਨਾ ਚਾਹਣ ਉਹਨਾਂ ਨੂੰ ਇਨਫੋਰਮੇਸ਼ਨ ਅਵੇਲੇਬਲ ਹੋਏਗੀ। ਕਈ ਵਾਰੀ ਕੀ ਹੁੰਦੇ ਆ ਅਨਆਥਰਾਈਜ਼ਡ ਯੂਜ਼ਰ ਜਿਹੜੇ ਹੈਗੇ ਆ ਡੈਨੀਅਲ ਆਫ ਸਰਵਿਸ ਅਟੈਕਸ ਕਰਦੇ ਆ। ਡੈਨੀਅਲ ਆਫ ਸਰਵਿਸ ਅਟੈਕਸ ਦਾ ਮਤਲਬ ਹੈਗਾ ਵਾ ਕਿ ਜਿਹੜਾ ਸਰਵਰ ਸਰਵਿਸਿਜ਼ ਦੇ ਰਿਹਾ ਵਾ ਉਹ ਸਰਵਰਸ ਦੀ ਤਰਫ ਉਹ ਬਹੁਤ ਜ਼ਿਆਦਾ ਮੈਸੇਜਸ ਜਿਹੜੇ ਹੈਗੇ ਆ ਫਲੱਡ ਦੇ ਰੂਪ ਦੇ ਵਿੱਚ ਭੇਜਦੇ ਆ ਜਿਹਦੇ ਨਾਲ ਕਈ ਵਾਰੀ ਸਰਵਰ ਜਿਹੜਾ ਹੈਗਾ ਵਾ ਉਹ ਰਿਸਪੌਂਸ ਕਰਨਾ ਬੰਦ ਕਰ ਦਿੰਦਾ ਕਿਉਂਕਿ ਉਹਦੇ ਤੇ ਓਵਰਹੈਡ ਹੋ ਜਾਂਦਾ, ਜ਼ਿਆਦਾ ਲੋਡ ਹੋ ਜਾਂਦਾ ਵਾ। ਸੋ ਇਸ ਕਰਕੇ ਅਸੀਂ ਆਪਣੇ ਸਿਸਟਮ ਦੀ ਸਿਕਿਉਰਿਟੀ ਜਾਂ ਸਰਵਰ ਦੀ ਸਿਕਿਉਰਿਟੀ ਇਸ ਤਰੀਕੇ ਦੇ ਨਾਲ ਰੱਖਦੇ ਹਾਂ ਕਿ ਉਹ ਜਿਹੜੇ ਇਸ ਤਰ੍ਹਾਂ ਦੇ ਅਨਵਾਂਟਡ ਮੈਸੇਜਸ ਹੈਗੇ ਆ ਉਹਨਾਂ ਨੂੰ ਪਹਿਲਾਂ ਹੀ ਬਲੌਕ ਕਰ ਦੇਵੇ, ਉਹਨਾਂ ਨੂੰ ਆਪਣੇ ਅੰਦਰ ਨਾ ਜਾਣ ਦੇਵੇ ਔਰ ਜਿਹੜੇ ਯੂਜ਼ਰਸ ਆਥਰਾਈਜ਼ਡ ਹੈਗੇ ਆ ਉਹ ਜਦੋਂ ਡਾਟੇ ਦੀ ਡਿਮਾਂਡ ਕਰਦੇ ਆ ਤੇ ਉਹਨਾਂ ਨੂੰ ਪ੍ਰੋਪਰਲੀ ਸਰਵਿਸ ਦੇਵੇ, ਉਹਨਾਂ ਨੂੰ ਡਾਟਾ ਅਵੇਲੇਬਲ ਕਰੇ। ਡਾਟਾਬੇਸ ਇੰਟੈਗਰਿਟੀ, ਇਹ ਫਿਰ ਉਹ ਇੰਟੈਗਰਿਟੀ ਪੁਆਇੰਟ ਨਾਲ ਹੀ ਮਿਲਦਾ ਜੁਲਦੀ ਗੱਲ ਹੈਗੀ ਹੈ। ਡਾਟਾਬੇਸ ਇੰਟੈਗਰਿਟੀ ਦਾ ਮਤਲਬ ਹੈਗਾ ਇਨਫੋਰਮੇਸ਼ਨ ਜਾਂ ਡਾਟੇ ਨੂੰ ਕਰੈਕਟ ਰੱਖਣਾ। ਹੁਣ ਅਸੀਂ ਕੁਝ ਜਿਹੜੇ ਹੈਗੇ ਢੰਗ ਜਾਂ ਤਰੀਕੇ ਵਰਤਦੇ ਹਾਂ ਇੰਟੈਗਰਿਟੀ ਨੂੰ ਮੇਨਟੇਨ ਕਰਨ ਲਈ, ਉਹ ਅਸੀਂ ਡਿਸਕਸ ਕਰਦੇ ਹਾਂ। ਜਿਸ ਤਰ੍ਹਾਂ ਸਾਡੇ ਕੋਲ ਹੈਗਾ ਡੋਮੇਨ ਇੰਟੈਗਰਿਟੀ ਰੂਲ, ਦੂਸਰਾ ਹੈਗਾ ਐਂਟੀਟੀ ਇੰਟੈਗਰਿਟੀ ਰੂਲ, ਤੀਸਰਾ ਹੈਗਾ ਰੈਫਰੈਂਸ਼ੀਅਲ ਇੰਟੈਗਰਿਟੀ ਰੂਲ। ਡੋਮੇਨ ਇੰਟੈਗਰਿਟੀ ਰੂਲ ਦਾ ਮਤਲਬ ਹੈਗਾ ਕਿ ਕਿਸੇ ਆਬਜੈਕਟ ਜਾਂ ਐਂਟੀਟੀ ਦੇ ਪਰਟੀਕੂਲਰ ਫੀਲਡ ਨੂੰ ਜਿਹੜਾ ਹੈਗਾ ਵਾ ਅਸੀਂ ਜਿਹੜਾ ਹੈਗਾ ਵਾ ਉਹਦੇ ਤੇ ਰੂਲ ਅਪਲਾਈ ਕਰ ਦਿੰਦੇ ਹਾਂ। ਜਿਸ ਤਰ੍ਹਾਂ ਭਾਵ ਕਿ ਇੱਕ ਸਪੋਜ਼ ਕਰੋ ਸਟੂਡੈਂਟ ਦਾ ਟੇਬਲ ਹੈਗਾ ਵਾ, ਉਹਦੇ ਵਿੱਚ ਫੀਲਡ ਹੈਗੇ ਆ ਰੋਲ ਨੰਬਰ, ਨੇਮ, ਸਟੂਡੈਂਟ ਐਡਰੈਸ, ਦੈਨ ਟੈਲੀਫੋਨ ਨੰਬਰ। ਹੁਣ ਜਿਹੜਾ ਕਲਾਸ ਸਟੂਡੈਂਟ ਦੀ ਕਲਾਸ, ਹੁਣ ਜਿਹੜਾ ਰੋਲ ਨੰਬਰ ਹੈਗਾ ਵਾ ਸਟੂਡੈਂਟ ਦਾ ਇਹਨੂੰ ਅਸੀਂ ਰੱਖਦੇ ਹਾਂ ਯੂਨੀਕ ਤੇ ਨਾਟ ਨਾਲ। ਹੁਣ ਰੋਲ ਨੰਬਰ ਨੂੰ ਜਦੋਂ ਅਸੀਂ ਯੂਨੀਕ ਤੇ ਨਾਟ ਨਾਲ ਰੂਲ ਅਪਲਾਈ ਕਰ ਦਿੰਦੇ ਹਾਂ ਤੇ ਇਹਦੇ ਵਿੱਚ ਅਸੀਂ ਵੈਲਿਊ
ਜਿਹੜੀਆਂ ਹੈਗੀਆਂ ਵਾ ਡੈਫੀਨੇਟਲੀ ਰੋਜ਼ ਦੇ ਵਿੱਚ ਇਨਸਰਟ ਕਰਦੇ ਹੀ ਕਰਦੇ ਆ ਰੋਲ ਨੰਬਰ ਵਾਲੀ ਜਗ੍ਹਾ ਦੇ ਉੱਤੇ, ਔਰ ਜਿਹੜੀ ਹੈਗੀ ਆ ਇਹ ਯੂਨੀਕ ਹੁੰਦੀ ਹੈ ਤੇ ਨਾਟ ਨਾਲ ਹੁੰਦੀ ਆ। ਤੋ ਜਿਸ ਤਰ੍ਹਾਂ ਅਸੀਂ ਪਰਟੀਕੂਲਰ ਕਿਸੇ ਵੀ ਕਲਾਸ ਦਾ ਰੋਲ ਨੰਬਰ ਵੇਖੀਏ ਬੱਚਿਆਂ ਦਾ, ਤਾਂ ਉਹ ਹਮੇਸ਼ਾ ਜਿਹੜਾ ਹੈਗਾ ਵਾ ਯੂਨੀਕ ਹੁੰਦਾ ਵਾ, ਔਰ ਹਰ ਬੱਚੇ ਨੂੰ ਰੋਲ ਨੰਬਰ ਅਸੀਂ ਅਸਾਈਨ ਕਰਦੇ ਹੀ ਕਰਦੇ ਹਾਂ। ਤੋ ਇਸ ਤਰ੍ਹਾਂ ਦਾ ਜਿਹੜਾ ਰੂਲ ਹੈਗਾ ਵਾ, ਇਸ ਤਰ੍ਹਾਂ ਦੇ ਰੂਲ ਨੂੰ ਲੈ ਕੇ ਅਸੀਂ ਜਿਹੜੀਆਂ ਵੈਲਿਊਜ਼ ਪਾਉਣੇ ਉਹਨੂੰ ਅਸੀਂ ਕਹਿੰਦੇ ਹਾਂ ਡੋਮੇਨ ਇੰਟੈਗ੍ਰਿਟੀ ਰੂਲ। ਐਂਟੀਟੀ ਇੰਟੈਗ੍ਰਿਟੀ ਰੂਲ, ਐਂਟੀਟੀ ਦਾ ਮਤਲਬ ਹੁੰਦਾ ਆਬਜੈਕਟ। ਜਿਹੜਾ ਅਸੀਂ ਟੇਬਲ ਕ੍ਰੀਏਟ ਕਰਦੇ ਹਾਂ ਉਹ ਕਿਸੇ ਐਂਟੀਟੀ ਜਾਂ ਆਬਜੈਕਟ ਦੇ ਨਾਲ ਰਿਲੇਟਡ ਹੁੰਦਾ, ਜਿਸ ਤਰ੍ਹਾਂ ਕਸਟਮਰ ਜਾਂ ਇੰਪਲੋਈ ਜਾਂ ਇੰਪਲੋਇਰ। ਹੁਣ ਇੰਪਲੋਈ ਤੇ ਇੰਪਲੋਇਰ ਦੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਵਿੱਚ ਡਿਫਰੈਂਸ ਹੋਏਗਾ, ਤੇ ਅਸੀਂ ਜਿਹੜਾ ਹੈਗਾ ਵਾ ਕਿਸੇ ਵੀ ਐਂਟੀਟੀ ਦੇ ਉੱਤੇ ਜਿਹੜਾ ਹੈਗਾ ਵਾ ਰੂਲ ਅਪਲਾਈ ਕਰ ਦਿੰਦੇ ਆ ਤਾਂ ਕਿ ਉਹ ਦੂਸਰੀ ਐਂਟੀਟੀ ਤੋਂ ਯੂਨੀਕ ਹੋਵੇ। ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਅਸੀਂ ਐਂਟੀਟੀ ਇੰਟੈਗ੍ਰਿਟੀ ਰੂਲ ਜਿਹੜਾ ਹੈਗਾ ਉਹਨੂੰ ਅਪਲਾਈ ਕਰਦੇ ਹਾਂ। ਤੋ ਜਦੋਂ ਅਸੀਂ ਐਂਟੀਟੀ ਦੇ ਉੱਤੇ ਇੰਟੈਗ੍ਰਿਟੀ ਰੂਲ ਅਪਲਾਈ ਕਰ ਦਿੰਦੇ ਹਾਂ, ਤੇ ਉਹਦੇ ਵਿੱਚ ਜਿਹੜੇ ਰਿਲੇਸ਼ਨਸ ਹੁੰਦੇ ਆ, ਜਿਹੜੀਆਂ ਰੋਜ਼ ਹੁੰਦੀਆਂ ਵਾ, ਉਹ ਬਿਲਕੁਲ ਹਰ ਰੋ ਦੀ ਆਪਣਾ ਜਿਹੜੀ ਇੱਕ ਆਇਡੈਂਟੀਟੀ ਹੁੰਦੀ ਆ, ਔਰ ਜਿਹੜੀ ਪ੍ਰਾਇਮਰੀ ਕੀ ਹੁੰਦੀ ਆ ਉਹਦੇ ਤੇ ਜਿਹੜੇ ਨਾਨ ਪ੍ਰਾਇਮਰੀ ਕੀ ਫੀਲਡਸ ਹੈਗੇ ਆ ਉਹ ਡਿਪੈਂਡ ਕਰਦੇ ਆ। ਹੁਣ ਜਿਹੜੀ ਹੈਗਾ ਅੱਗੇ ਆ ਜਾਂਦਾ ਰੈਫਰੈਂਸ਼ੀਅਲ ਇੰਟੈਗ੍ਰਿਟੀ ਰੂਲਸ। ਰੈਫਰੈਂਸ਼ੀਅਲ ਇੰਟੈਗ੍ਰਿਟੀ ਰੂਲ ਦਾ ਮਤਲਬ ਹੈਗਾ ਵਾ ਕਿ ਅਸੀਂ ਜਦੋਂ ਇੱਕ ਟੇਬਲ ਕ੍ਰੀਏਟ ਕਰਦੇ ਹਾਂ ਤਾਂ ਉਹਦੇ ਵਿੱਚ ਪ੍ਰਾਇਮਰੀ ਕੀ ਲੈ ਲੈਂਦੇ ਹਾਂ। ਪ੍ਰਾਇਮਰੀ ਕੀ ਦਾ ਮਤਲਬ ਹੈਗਾ ਵਾ ਨੋਟ ਨਲ ਤੇ ਯੂਨੀਕ ਕੀ। ਜਿਵੇਂ ਅਸੀਂ ਸਟੂਡੈਂਟ ਦਾ ਜਿਹੜਾ ਹੈਗਾ ਵਾ ਟੇਬਲ ਕ੍ਰੀਏਟ ਕਰਦੇ ਹਾਂ ਤਾਂ ਉਹਦੇ 'ਚ ਕਲਾਸ ਲੈਂਦੇ ਹਾਂ, ਰੋਲ ਨੰਬਰ ਲੈਂਦੇ ਹਾਂ। ਰੋਲ ਨੰਬਰ ਜਿਹੜਾ ਹੈਗਾ ਇਹ ਸਾਡੀ ਪ੍ਰਾਇਮਰੀ ਕੀ ਆ। ਅਸੀਂ ਹੁਣ ਜਿਹੜਾ ਹੈਗਾ ਵਾ ਸਟੂਡੈਂਟ ਦਾ ਜਿਹੜਾ ਹੈਗਾ ਵਾ ਇੱਕ ਦੂਸਰਾ ਟੇਬਲ ਬਣਾਉਣੇ ਆ ਜਿਹਦੇ ਵਿੱਚ ਉਹਦੀਆਂ ਪਰਸਨਲ ਡਿਟੇਲਸ ਜਿਹੜੀਆਂ ਹੈਗੀਆਂ ਉਹ ਦੇ ਦਿੰਦੇ ਆ, ਜਿਵੇਂ ਸਟੂਡੈਂਟ ਦੀ ਕਲਾਸ, ਰੋਲ ਨੰਬਰ ਤੇ ਉਹਦਾ ਐਡਰੈਸ। ਹੁਣ ਇਹਦੇ ਵਿੱਚ ਜਿਹੜਾ ਹੈਗਾ ਵਾ ਜਿਹੜਾ ਰੋਲ ਨੰਬਰ ਫੀਲਡ ਦੂਸਰੇ ਟੇਬਲ ਦੇ ਵਿੱਚ ਆ, ਇਹਦੇ ਜਿਹੜੀਆਂ ਵੈਲਿਊਜ਼ ਹੈਗੀਆਂ ਵਾ ਪਹਿਲਾ ਟੇਬਲ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਰੋਲ ਨੰਬਰ ਫੀਲਡ ਹੈਗਾ ਉਹਦੇ ਨਾਲ ਮੈਚ ਕਰਦੀਆਂ ਵਾ, ਠੀਕ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਰੂਲ ਅਸੀਂ ਅਪਲਾਈ ਕਰਦੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਰੈਫਰੈਂਸ਼ੀਅਲ ਇੰਟੈਗ੍ਰਿਟੀ ਰੂਲ, ਜਾਂ ਅਸੀਂ ਕਹਿ ਦਿੰਦੇ ਹਾਂ ਪ੍ਰਾਇਮਰੀ ਕੀ ਤੇ ਫੋਰਨ ਕੀ ਰੂਲ। ਜਿਹੜਾ ਸਾਡਾ ਮਾਸਟਰ ਟੇਬਲ ਹੁੰਦਾ ਵਾ ਉਹਦੇ ਵਿੱਚ ਜਿਹੜਾ ਨਾਟ ਨਾਲ ਤੇ ਯੂਨੀਕ ਫੀਲਡ ਹੁੰਦਾ ਵਾ ਉਹ ਸਾਡਾ ਜਿਹੜਾ ਹੁੰਦਾ ਪ੍ਰਾਇਮਰੀ ਕੀ ਹੁੰਦਾ ਵਾ, ਔਰ ਜਿਹੜਾ ਸਾਡਾ ਡਿਟੇਲ ਟੇਬਲ ਹੁੰਦਾ ਵਾ ਉਹਦੇ ਵਿੱਚ ਜਿਹੜਾ ਮੈਚਿੰਗ ਵੈਲਿਊਜ਼ ਵਾਲਾ ਫੀਲਡ ਹੁੰਦਾ ਉਹ ਸਾਡਾ ਫੋਰਨ ਕੀ ਫੀਲਡ ਹੁੰਦਾ ਵਾ। ਜਿਸ ਤਰ੍ਹਾਂ ਇੱਥੇ ਇੱਕ ਟੇਬਲ ਹੈਗਾ ਵਾ ਕਸਟਮਰ, ਜਾਂ ਇਹ ਇੱਕ ਐਂਟੀਟੀ ਜਾਂ ਆਬਜੈਕਟ ਜਾਂ ਟੇਬਲ ਨੇਮ ਹੈਗਾ ਕਸਟਮਰ। ਇਹਦੇ ਵਿੱਚ ਫੀਲਡਸ ਹੈਗੇ ਕਸਟਮਰ ਕੋਡ, ਕਸਟ ਨੇਮ, ਕਸਟ ਰੀਨੇਮ, ਡੇਟ, ਏਜੰਟ ਕੋਡ ਐਂਡ ਪ੍ਰਾਇਮਰੀ ਨੇਮ ਹੈਗਾ ਵਾ ਜਾਂ ਕਸਟ ਕੋਡ, ਜਾਂ ਪ੍ਰਾਇਮਰੀ ਕੀ ਅਸੀਂ ਬਣਾਈ ਆ ਕਸਟਮਰ ਕੋਡ। ਤੇ ਜਿਹੜੀ ਸਾਡੀ ਫੋਰਨ ਕੀ ਹੈਗੀ ਆ ਦੂਸਰਾ ਸਾਡਾ ਟੇਬਲ ਜਿਹੜਾ ਹੈਗਾ ਉਹ ਹੈਗਾ ਏਜੰਟ। ਉਹਦੇ ਵਿੱਚ ਸਾਡੇ ਜਿਹੜੇ ਫੀਲਡ ਹੈਗੇ ਏਜੰਟ ਕੋਡ, ਏਜੰਟ ਏਰੀਆ ਕੋਡ, ਏਜੰਟ ਫੋਨ, ਏਜੰਟ ਨੇਮ, ਏਜੰਟ ਕੋਡ। ਤੇ ਹੁਣ ਜਿਹੜਾ ਹੈਗਾ ਵਾ ਸਾਡਾ ਕਸਟਮਰ ਕੋਡ ਤੇ ਜਿਹੜਾ ਹੈਗਾ ਵਾ ਆਪਣਾ ਏਜੰਟ ਕੋਡ ਹੈਗਾ ਵਾ, ਇਹਨਾਂ ਦੇ ਦਰਮਿਆਨ ਜਾਂ ਅਸੀਂ ਜਿਹੜਾ ਹੈਗਾ ਵਾ ਇਹ ਏਜੰਟ ਕੋਡ ਜਿਹੜਾ ਹੈਗਾ ਵਾ ਫੀਲਡ ਕਸਟਮਰ ਟੇਬਲ ਦੇ ਵਿੱਚ ਏਜੰਟ ਕੋਡ ਫੀਲਡ ਆ, ਤੇ ਜਿਹੜਾ ਹੈਗਾ ਵਾ ਇਹ ਏਜੰਟ ਟੇਬਲ ਦੇ ਵਿੱਚ ਜਿਹੜਾ ਏਜੰਟ ਕੋਡ ਫੀਲਡ ਆ ਉਹਦੇ ਤੇ ਅਸੀਂ ਜਿਹੜਾ ਹੈਗਾ ਰਿਲੇਸ਼ਨਸ਼ਿਪ ਸੈੱਟ ਕਰ ਸਕਦੇ ਹਾਂ। ਤੇ ਜਿਹੜਾ ਏਜੰਟ ਕੋਡ ਕਸਟਮਰ ਟੇਬਲ ਦੇ ਵਿੱਚ ਹੈਗਾ ਉਹ ਪ੍ਰਾਇਮਰੀ ਕੀ ਹੋਏਗੀ, ਜਿਹੜਾ ਏਜੰਟ ਕੋਡ ਏਜੰਟ ਟੇਬਲ ਦੇ ਵਿੱਚ ਹੈਗਾ ਉਹ ਫੋਰਨ ਕੀ ਹੋਏਗੀ। ਤਾਂ ਇਸ ਤਰ੍ਹਾਂ ਦੇ ਰਿਲੇਸ਼ਨਸ ਨੂੰ ਅਸੀਂ ਕਹਿ ਦਿੰਦੇ ਹਾਂ ਰੈਫਰੈਂਸ਼ੀਅਲ ਇੰਟੈਗ੍ਰਿਟੀ ਰੂਲ ਜਾਂ ਪ੍ਰਾਇਮਰੀ ਕੀ ਤੇ ਫੋਰਨ ਕੀ ਰੂਲ। ਤੋ ਇਹਨਾਂ ਰੂਲਸ ਨੂੰ ਅਸੀਂ ਜਿਹੜਾ ਹੈਗਾ ਅਪਲਾਈ ਕਰਕੇ ਅਸੀਂ ਜਿਹੜਾ ਹੈਗਾ ਡੇਟੇ ਨੂੰ ਸਿਕਿਉਰ ਤੇ ਇੰਟੈਗ੍ਰੇਟ ਰੱਖ ਸਕਦੇ ਹਾਂ।